बिस्मिल्लाहिर्रहमानिर्रहीम। मैं हूँ सजाद गुज्जर जैसा कि आप मुझे जानते भी हैं। तो आज हमारे साथ हैं अहमद। हमारे बिल्कुल बच्चों जैसा है। तो लेकिन आज इसकी कोई कहानी सुनी, दास्तान सुनी, इसकी कोई दुख तकलीफ़ सुनी, तो बड़ा ही ना अजीब सा फ़ील हुआ कि अभी भी हमारे पाकिस्तान में इस तरह के जानवर पाए जाते हैं, कि इस तरह की जहालत अभी भी बाकी है। तो ये सुन के मुझे तो बड़ी तकलीफ़ हुई। तो मैंने कहा कि मैं एक यही चीज़ बच्चे की आवाज़, मुझसे तो जो हो सकता है वो तो मैं करूँगा, 110% करूँगा जो मुझसे हो सकेगा। लेकिन ये बच्चे ने जो कहानी सुनाई है, ये नहीं है कि झूठ है। ये अभी भी हाज़िर लाहौर में अमीर चौक में कर रहे हैं अभी भी अभी भी हाज़िर कहानी, ये नहीं कि बनावटी कहानी है, नहीं, हकीकत। तो ये अभी हम ना अहमद की ज़बानी सुनते हैं। जी अहमद, क्या नाम है आपका? अहमद हसन। अहमद हसन, आप कहाँ से हैं? शुजाबाद से। उर्दू में बात कर सकते हो, पंजाबी में करनी है? खुल के बताओ। पंजाबी में कर लो। पंजाबी च कर लो जी। घर कित्थे ने तुहाडे? शुजाबाद। शुजाबाद। ते किन्ना चिर हो गया तुहानू लाहौर आए हैं? 1 साल 2 महीने हो चुके हैं। 1 साल 2 महीने। हाँ जी। ते की काम करदे पे हो इस वक्त? एलुमिनियम एलुमिनियम दा। उम्र किन्नी है? 13 साल। 13 साल उम्र है। पहला तो यह वेख लो कि साडा कानून इजाजत ही नहीं देंदा कि 13 साल के बच्चे कोलों असी काम करवाइए। ते उस्ताद कैसा बिहेवियर है उस्ताद दा? अगर काम करदे हो तो की करदा है? साल दे घर गए हो नहीं गए, की स्टोरी? नहीं कर ਉਹਨੂੰ ਕਿਹਾ ਹੈ ਕਿ ਮੈਨੂੰ ਜਾਣ ਦਿਓ, ਬਹੁਤੀ ਵਾਰੀ ਕਿਹਾ ਹੈ। हाँ। ਕਹਿੰਦਾ ਮੈਂ ਤੈਨੂੰ ਨਹੀਂ ਜਾਣ ਦੇਣਾ, ਕਹਿੰਦਾ क्यों? ਕਿ ਤੂੰ ਵਾਪਸ ਨਹੀਂ ਆਣਾ। ਮੈਨੂੰ ਮਾਰਦਾ ਹੈ। ਮੈਂ ਕਿਹਾ ਕਿ ਮੈਂ ਤੇਰੇ ਕੋਲ ਵਾਪਸ ਨਹੀਂ ਆਣਾ, ਜਦੋਂ ਮੈਂ ਘਰ ਜਾਣਾ ਹੈ। ठीक है। ਮੈਨੂੰ ਮਾਰਦਾ ਹੈ, ਬੋਲਦਾ ਹੈ, ਗਾਲਾਂ ਕੱਢਦਾ ਹੈ, ਮਾਂ ਭੈਣ ਇੱਕ ਕਰ ਦਿੰਦਾ ਮੇਰੀ। ते तुहानू 1 साल ते 2 महीने हो गए ने, ये घर वापस नहीं गया। गया ही नहीं? ਗਿਆ ਹੀ ਨਹੀਂ। ते पिछू किसी ने राबता? ਰਾਬਤਾ ਸਿਰਫ 2 ਕਜ਼ਨਾਂ ਨਾਲ ਹੋ ਰਿਹਾ ਹੈ, हाँ। और ਕਿਸੇ ਨਾਲ ਵੀ ਨਹੀਂ ਹੋ ਰਿਹਾ। ते कज़न भी मदद नहीं करदे इस काम च पे? ਉਹ ਵੀ ਕਹਿੰਦੇ ਨੇ ਤੂੰ ਉੱਥੇ ਹੀ ਰਹਿ, ਇੱਧਰ ਨਾ ਆ ਤੂੰ। ते उस्ताद की करदा है? जुल्म करदा है, मारदा है, कुटदा है की? ਮੈਨੂੰ ਮਾਰਦਾ ਵੀ ਬਹੁਤ ਹੈ, ਗਾਲਾਂ ਵੀ ਬਹੁਤ ਕੱਢਦਾ ਹੈ, ਬੋਲਦਾ ਵੀ ਹੈ, ਕੰਮ ਵੀ ਕਰਾਉਂਦਾ ਹੈ, ਪੈਸੇ ਵੀ ਨਹੀਂ ਦਿੰਦਾ ਮੈਨੂੰ। ਇੰਨੀ ਦੇਰ ਹੋ ਗਈ ਹੈ, ਮੈਨੂੰ ਹਜੇ 1 ਰੁਪਿਆ ਵੀ ਨਹੀਂ ਦਿੱਤਾ। ਸਿਰਫ ਮੈਨੂੰ ਕੱਪੜੇ, ਜੁੱਤੀ, ਰੋਟੀ, ਰਿਹਾਇਸ਼ ਇੰਨੀ ਇੱਕ ਦਿੰਦਾ ਬਸ। ਇੰਨੀ ਦੇਰ ਹੋ ਗਈ ਹੈ ਕੰਮ ਕਰਦੇ ਨੂੰ, ਮੈਨੂੰ ਕੁਛ ਵੀ ਨਹੀਂ ਦਿੰਦਾ। ते अजे तिकर को ने मारिया हो, कोई जख्म होया होवे किरे? ਹਾਂਜੀ, ਇੱਧਰ ਮੇਰੇ ਐਲੂਮੀਨੀਅਮ ਮਾਰਿਆ ਸੀ हाँ। ਤੇ ਮੇਰੇ 20 ਟਾਂਕੇ ਲੱਗੇ ਨੇ, ਉਹਨਾਂ ਛੋਟੇ ਛੋਟੇ ਲਏ ਸੀ। 20 टांके? 20 ਟਾਂਕੇ ਬਰੀਕ ਬਰੀਕ। ਤੇ ਤੁਸੀਂ ਕੋਈ ਨਹੀਂ ਉਦੋਂ ਬੋਲੇ ਸੀ ਕਿ ਜ਼ਖਮ ਇੰਜ ਜਾਂ ਕਿਸੇ ਨੇ ਤੁਹਾਡੀ ਮਦਦ ਕੋਈ ਵੀ ਨਹੀਂ ਕੀਤੀ? ਕਿਸੇ ਨੂੰ ਦੱਸਿਆ ਨਹੀਂ ਆ ਤੁਸੀਂ? ਉਹਨਾਂ ਨੇ ਮੈਨੂੰ, ਉਸਤਾਦ ਨੇ ਮੈਨੂੰ ਕਿਹਾ ਸੀ, ਮੇਰੇ ਅੱਗੇ ਮਾਫੀ ਮੰਗੀ। ਕਹਿੰਦਾ ਮੈਂ ਕਿਸੇ ਨੂੰ, ਹੁਣ ਤੈਨੂੰ ਮੈਂ ਕੁਛ ਨਹੀਂ ਕਵਾਂਗਾ ਅੱਜ ਤੋਂ ਬਾਅਦ, ਤੂੰ ਬਸ ਮੇਰੀ ਗੱਲ ਕਿਸੇ ਨੂੰ ਨਹੀਂ ਦੱਸਣੀ ਆ। ਉੱਥੇ ਥਾਣੇ ਵੀ ਜਾਵਾਂ, ਉੱਥੇ ਹਸਪੀਟਲ ਵੀ ਜਾਵਾਂਗੇ ਨਾ, ਉਹਨਾਂ ਨੂੰ ਡਾਕਟਰ ਪੁੱਛੇ ਨਾ, ਉਹਨੂੰ ਕਹਿਣਾ ਕਿ ਉਹਨੇ ਪੁੱਛਣਾ ਤੇਰੇ ਕੋਲ ਕਿ ਲੜਾਈ ਹੋਈ ਹੈ ਜਾਂ ਕੀ ਹੋਇਆ। ਤੂੰ ਕਹਿਣਾ ਨਹੀਂ ਮੈਂ ਕੰਮ ਵੀ ਨਹੀਂ ਕਰਦਾ, ਤੇ ਮੈਂ ਬੈਠਾ ਸੀ ਦੁਕਾਨ ਤੇ, ਚਾਚੂ ਦੀ ਦੁਕਾਨ ਸੀ, ਤੇ ਮੈਂ ਉੱਠਣ ਲੱਗਾ ਤੇ ਮੇਰੇ ਵੱਜ ਗਿਆ ਤੇ ਇੰਨਾ ਜ਼ਖਮ ਹੋ ਗਿਆ। ਇਹ ਗੱਲ ਹੋਈ ਸੀ। ਮੈਂ ਉਂਝ ਹੀ ਉਹਦੀ ਗੱਲ ਮੰਨੀਏ, ਪਰ ਫਿਰ ਮੈਨੂੰ ਮਾਰਦਾ ਹੀ ਹੈ। 2 ਦਿਨ ਗੁਜ਼ਰੇ ਸੀ, ਤੀਸਰੇ ਦਿਨ ਫਿਰ ਉਂਝ ਹੀ ਮਾਰਨ ਲੱਗ ਪਿਆ, ਬੋਲਣ ਲੱਗ ਪਿਆ, ਗਾਲਾਂ ਕੱਢਣ ਲੱਗ ਪਿਆ। ਹਜੇ ਟਾਂਕਾ ਵੀ ਨਹੀਂ ਸੀ ਖੁੱਲੇ, ਫਿਰ ਉਂਝ ਹੀ ਸ਼ੁਰੂ ਹੋ ਗਿਆ ਸੀ। ਉਸ ਦਿਨ ਮੇਰੇ ਕੋਲ ਮਾਫੀਆਂ ਮੰਗਦਾ ਸੀ, ਫਿਰ ਉਂਝ ਸ਼ੁਰੂ ਹੋ ਗਿਆ ਸੀ 2 ਦਿਨ ਬਾਅਦ। ਨਹੀਂ, ਉਂਝ ਸ਼ੁਰੂ ਹੋ ਗਿਆ। ਤੁਸੀਂ ਦੁਕਾਨ ਵਾਲੇ ਦੇ ਨਾਲ ਜਿਹੜੀ ਕੋਈ ਦੁਕਾਨ ਹੈ ਜਾਂ ਕੋਈ ਤੁਹਾਡੇ ਗਾਹਕ ਆਉਂਦਾ ਹੈ ਜਾਂ ਕੋਈ ਵੀ ਬੰਦਾ ਐਸਾ ਵੈਸਾ, ਕਿਸੇ ਨੂੰ ਕੋਈ ਦੱਸਦੇ ਹੋ ਤੁਸੀਂ ਜਾਂ ਕੋਈ ਦੱਸਿਆ ਹੋਵੇ, ਕਿਸੇ ਨੇ ਮਦਦ ਨਾ ਕੀਤੀ ਹੋਵੇ, ਕੋਈ ਇਹੋ ਜਿਹਾ ਵਾਕਿਆ ਹੋਵੇ, ਕਿਸੇ ਨੂੰ ਤੁਸੀਂ ਕਹੀ ਹੁਣ ਮੈਨੂੰ ਦੱਸਦੇ ਪਏ ਹੋ, ਹਾਂਜੀ। ਇੰਝ ਹੀ ਕਿਸੇ ਨੂੰ ਤੁਸੀਂ ਦੱਸਿਆ ਹੋਵੇ? ਨਹੀਂ, ਇਹ ਗੱਲ ਨਹੀਂ ਦੱਸੀ ਕਿ ਇਹਨੇ ਮੈਨੂੰ ਮਾਰਿਆ ਵੀ ਹੈ। ਉਹਨੇ ਮੈਨੂੰ ਮਨਾ ਕੀਤਾ, ਮੈਂ ਨਹੀਂ ਦੱਸੀ। ਉਹਦੀ ਗੱਲ ਮੈਂ ਮੰਨੀ ਹੈ ਉਸਤਾਦ ਦੀ। ਨਹੀਂ, ਉਹ ਉਸਤਾਦ ਪਹਿਲਾਂ ਮੈਨੂੰ ਦੱਸੋ, ਉਸਤਾਦ ਕਾਹਦਾ ਹੈ ਕਿ ਜਿਹਨੇ ਤੁਹਾਨੂੰ ਮਾਰਿਆ ਤੇ 16 ਟਾਂਕੇ ਲੱਗੇ ਨੇ, ਹਾਂਜੀ ਜਿਹੜਾ ਤੁਹਾਨੂੰ ਸਾਲ ਹੋ ਗਿਆ ਪੈਸੇ ਨਹੀਂ 1 ਰੁਪਿਆ ਨਹੀਂ ਦਿੱਤਾ, ਹਾਂਜੀ। ਤੇ ਇਕੱਲੇ ਭਾਈ ਹੋ ਤੁਸੀਂ? ਇਕੱਲੇ ਭਾਈ ਹੋ? ਨਹੀਂ, ਇੱਕ ਛੋਟਾ ਭਾਈ ਹੈਗਾ ਹੈ। ਇੱਕ ਛੋਟਾ ਭਾਈ ਹੈ। ਹਾਂਜੀ। ਤੇ ਫਰਜ਼ ਕਰੋ ਘਰ 'ਚ ਤੁਸੀਂ ਵੱਡੇ ਭਾਈ ਹੋ, ਹਾਂਜੀ ਤੇ ਅਗਰ ਤੁਸੀਂ ਕਮਾਣਾ ਨਹੀਂ ਹੈ, ਘਰ ਦੇਣਾ ਨਹੀਂ ਹੈ, ਤੇ ਲਾਹਨਤਾਂ ਖਾਣੀਆਂ ਨੇ,
ਉਹਦੀ ਉਸਤਾਦ ਦੀ ਪਹਿਲੀ ਦੀ ਗੱਲ ਹੈ, ਉਸਤਾਦ ਕਾਹਦਾ ਹੈ? ਉਹ ਪਹਿਲੇ ਮੈਨੂੰ ਉਹਦਾ ਨਹੀਂ ਸੀ ਪਤਾ ਕਿ ਇਹਨੇ ਮੇਰੇ ਨਾਲ ਇਸ ਤਰ੍ਹਾਂ ਹੀ ਕਰਨਾ ਹੈ। ਮੈਂ ਉਹਨੂੰ ਬਹੁਤ ਅੱਛਾ ਸਮਝਦਾ ਸੀ। ਹਾਂ, ਪਹਿਲੇ ਜਦੋਂ ਮੈਂ ਨਵਾਂ ਆਇਆ ਸੀ ਮੇਰੇ ਨਾਲ ਸਹੀ ਰਹਿੰਦਾ ਸੀ। ਠੀਕ ਜਦੋਂ ਹੈ। ਮੈਂ ਉਹਦੇ ਕੋਲ ਟਿਕ ਗਿਆ ਉਹ ਮੈਨੂੰ ਮਾਰਨ ਲੱਗ ਪਿਆ 2-1 ਮਹੀਨਿਆਂ ਬਾਅਦ। ਉਹਨੇ ਮੈਨੂੰ ਮਾਰਨਾ ਸ਼ੁਰੂ ਹੋ ਗਿਆ। ਤੇ ਹੁਣ ਤੁਸੀਂ ਘਰ ਆਖਦੇ ਹੋ ਜਾਣਾ ਤੇ ਕੀ ਆਖਦਾ? ਉਹ ਕਹਿੰਦਾ ਤੂੰ ਵਾਪਸ ਨਹੀਂ ਆਉਣਾ, ਮੈਂ ਤੈਨੂੰ ਨਹੀਂ ਜਾਣ ਦੇਣਾ। ਮੈਂ ਉਹਨੂੰ ਕਿਹਾ ਕਿ ਮੈਂ ਵਾਪਸ ਨਹੀਂ ਆਉਣਾ, ਤੂੰ ਮੈਨੂੰ ਇੰਨਾ ਮਾਰਦਾ ਜ਼ੁਲਮ ਕਰਦਾ, ਮੈਂ ਵਾਪਸ ਨਹੀਂ ਆਉਣਾ, ਜਿਸ ਟਾਈਮ ਵੀ ਘਰ ਜਾਣਾ ਮੈਂ ਵਾਪਸ ਨਹੀਂ ਆਉਣਾ। ਉਹ ਹੁਣ ਕਹਿੰਦਾ ਮੈਂ ਤੈਨੂੰ ਜਾਣ ਵੀ ਨਹੀਂ ਦੇਣਾ, ਮੇਰਾ ਮੋਬਾਈਲ ਵੀ ਉਹਦੇ ਕੋਲ ਹੈ, ਪੈਸੇ ਵੀ ਹੈਗੇ ਨੇ ਮੇਰੇ, 1 ਰੁਪਿਆ ਵੀ ਨਹੀਂ ਦੇਣ ਡਿਆ, ਮੇਰਾ ਮੋਬਾਈਲ ਵੀ ਉਹਨੂੰ ਕਿਹਾ ਚੱਲ ਉਹ ਦੇ ਦੇ। 4000 ਮੈਂ ਆਪਣੇ ਕਜ਼ਨ ਕੋਲੋਂ ਵੀ ਮੰਗਾਇਆ ਸੀ, ਉਹ ਵੀ ਉਹਦੇ ਕੋਲ ਹੈ, ਉਹ ਵੀ ਮੈਨੂੰ ਨਹੀਂ ਦਿੱਤਾ, ਮੋਬਾਈਲ ਵੀ ਨਹੀਂ ਦੇ ਰਿਹਾ। ਕਹਿੰਦਾ ਮੈਂ ਕੁਛ ਵੀ ਨਹੀਂ ਦੇਣਾ, ਤੂੰ ਮੇਰੇ ਕੋਲ ਹੀ ਰਹਿ। ਮੈਨੂੰ ਲਾਰੇ ਲਾਈ ਰੱਖਦਾ ਤੈਨੂੰ ਭੇਜਾਂਗਾ। ਮੈਨੂੰ ਟਾਈਮ ਦਿੰਦਾ, ਮੈਂ ਉਸ ਟਾਈਮ ਦਾ ਇੰਤਜ਼ਾਰ ਕਰਦਾ, ਉਹ ਟਾਈਮ ਆਉਂਦਾ ਫਿਰ ਮੈਨੂੰ ਕਹਿੰਦਾ ਨਹੀਂ ਮੁੰਡਾ ਕੋਈ ਆਏਗਾ ਮੇਰੇ ਕੋਲ, ਮੈਂ ਤੈਨੂੰ ਫਿਰ ਭੇਜਾਂਗਾ। ਮੇਰੇ ਕੋਲ ਮੁੰਡਾ ਕੋਈ ਨਹੀਂ ਹੈਗਾ। ਇੰਝ 6 ਮਹੀਨੇ ਹੋ ਗਏ ਨੇ ਮੈਨੂੰ ਲਾਰੇ ਲਾਉਣ ਡਿਆ, ਜਾਣ ਨਹੀਂ ਦਿੰਦਾ। ਤੇ ਫਿਰ ਤੁਸੀਂ ਹੁਣ ਸੋਚਿਆ ਕੀ ਹੈ? ਅੱਗੂ ਸੋਚਿਆ ਕੀ ਹੈ ਤੁਸੀਂ ਕਰਨੇ ਵਾਸਤੇ? ਕਿ ਇਹਦੇ ਕੋਲ ਹੀ ਧੱਕੇ ਖਾਣੇ ਨੇ, ਇਹਦੇ ਕੋਲ ਹੀ ਮਾਰ ਖਾਣੀ ਹੈ, ਜਾਂ ਕੀ ਤੁਸੀਂ ਜ਼ਿਹਨ 'ਚ ਕੀ ਸੋਚਦੇ ਪਏ? ਮੈਂ ਸੋਚਿਆ ਕਿ ਮੇਰੇ ਪੈਸੇ ਦੇ ਦੇਵੇ, ਮੈਂ ਇਹਦੇ ਕੋਲ ਚਲਾ ਜਾਵਾਂ। ਮੈਂ ਪੈਸਿਆਂ ਦੀ ਲਾਲਚ ਕਿ ਮੈਨੂੰ ਇੰਨੀ ਦੇਰ ਹੋ ਗਈ ਹੈ, ਮੇਰੇ ਇਤਨੇ ਪੈਸੇ ਨੇ, ਚੱਲ ਮੈਂ ਕੁਛ ਘਰ ਜਾ ਕੇ ਵੀ ਦੇਣੇ ਨੇ। ਹਾਂ, ਉਹ ਵੀ ਤਾਂ ਕਿ ਕਹਿਣਗੇ ਸਾਡਾ ਮੁੰਡਾ ਬਾਹਰ ਨਿਕਲਿਆ ਸੀ, ਕੁਝ ਗਿਆ ਸੀ, ਕੁਝ ਪੈਸੇ ਕਮਾ ਕੇ ਆਇਆ ਹੈ, ਹਾਂ। ਇਸ ਵਜ੍ਹਾ ਤੋਂ ਮੈਂ ਇਹਦੇ ਕੋਲ ਹੈਗਾ। ਨਹੀਂ ਤੇ ਮੈਂ ਜਿਸ ਟਾਈਮ ਮੈਨੂੰ ਇਹਨੇ ਘਰ ਜਾਣ ਦਿੱਤਾ ਮੈਂ ਵਾਪਸ ਨਹੀਂ ਆਉਣਾ, ਕਿਤੇ ਹੋਰ ਕੰਮ ਕਰਨਾ ਹੈ। ਹੁਣ ਵੀ ਜੇ ਵਾਰੇ ਨਹੀਂ ਜਾਣ ਦੇਣਾ ਇਹਦੇ ਕੋਲ, ਮੈਂ ਨੱਸ ਜਾਣਾ ਕੱਪੜੇ ਲੈ ਕੇ, ਕੁਛ ਨਹੀਂ ਦੇਣਾ ਨਾ ਦੇਵੇ। ਨਹੀਂ, ਅਗਰ ਤੇ ਤੁਹਾਡਾ ਆਕੇ ਹਾਂਜੀ ਸੱਚ ਹੈ ਤੇ ਅਸੀਂ ਆਪੂ ਵੀ ਜਾਵਾਂਗੇ, ਤੁਹਾਡੀ ਦੁਕਾਨ ਤੇ ਵੀ ਜਾਵਾਂਗੇ, ਜਿੱਥੇ ਲੱਗੇ ਹੋ ਤੁਹਾਡੇ ਉਸਤਾਦ ਨੂੰ ਵੀ ਮਿਲਾਂਗੇ, ਤੇ ਫਿਰ ਵੇਖਨੇ ਆ ਉਹ ਪੈਸੇ ਕਿੰਜ ਨਹੀਂ ਦਿੰਦਾ ਜਾਂ ਕਿੰਜ ਤੁਹਾਨੂੰ ਮਾਰਦਾ। ਪਹਿਲੀ ਤੇ ਗੱਲ ਹੈ ਕਿ ਤੂੰ ਪਹਿਲਾਂ ਹੀ ਦੱਸਿਆ ਬੱਚਿਆਂ ਨੂੰ, ਸਾਡੇ ਬੱਚੇ ਜਿੱਡੇ ਹੀ ਹੋ, ਤੇ ਪਹਿਲੀ ਤੇ ਗੱਲ ਹੈ ਕਿ ਪੁੱਤਰ ਹੁਣ ਤੈਨੂੰ 1.5 ਸਾਲ ਆਲਮੋਸਟ 1 ਸਾਲ ਤੇ 2 ਮਹੀਨੇ ਹੋ ਗਏ ਨੇ, 14 ਮਹੀਨੇ ਹੋ ਗਏ ਨੇ। ਹਾਂਜੀ 14 ਮਹੀਨਿਆਂ 'ਚ ਤੂੰ 1 ਰੁਪਿਆ ਨਹੀਂ ਲਿਆ, ਹਾਂਜੀ ਆਪਣਾ ਕੁਛ ਸੋਚਿਆ ਨਹੀਂ ਹੈ, ਆਪਣੀ ਪੜ੍ਹਾਈ ਨਹੀਂ ਕੀਤੀ, ਹਾਂਜੀ ਤੇ ਮੈਨੂੰ ਦੱਸ ਤੂੰ ਕੀ ਇੱਥੇ ਫਿਰ 14 ਮਹੀਨੇ ਤੂੰ ਚੁੱਪ ਕਰਕੇ ਇੱਕ ਜਗ੍ਹਾ ਤੇ ਕੰਮ ਲੱਗਿਆ, ਲਗਾਤਾਰ ਮਾਰ ਖਾਣਾ ਪਿਆ, ਸਾਰੇ ਕੰਮ ਕਰਨਾ ਪਿਆ। ਮੈਨੂੰ ਇਹ ਸਮਝ ਨਹੀਂ ਆਈ ਤੂੰ ਕਿਸੇ ਨੂੰ ਅਜੇ ਤੱਕ ਦੱਸਿਆ ਕਿਉਂ ਨਹੀਂ ਹੈ? ਦੱਸਿਆ ਪਿੱਛੇ ਕਜ਼ਨਾਂ ਨੂੰ ਵੀ ਦੱਸਿਆ ਹੈ। ਉਹ ਕਜ਼ਨ ਤੇ ਉਹ ਹੀ ਲਾਂਤੀ ਨੇ ਨਾ, ਜਿਨ੍ਹਾਂ ਦਾ ਨਾਂ ਲੈਣਾ ਪਿਆ ਕਿ ਕਜ਼ਨਾਂ ਨੇ ਹੀ ਤੈਨੂੰ ਇੱਥੇ ਭੇਜਿਆ, ਇੰਜੀ ਗੱਲ ਹੈ? ਬਿਲਕੁਲ ਇਸ ਤਰ੍ਹਾਂ ਹੀ। ਅਗਰ ਕਜ਼ਨਾਂ ਨੇ ਹੀ ਤੈਨੂੰ ਭੇਜਿਆ ਤਾਂ ਉਹਨਾਂ ਤੋਂ ਕਿਤੇ ਰਲ ਕੇ ਪੈਸੇ ਉਹ ਖਾਂਦੇ ਹੋਣ ਪਏ, ਕਿ ਤਾਂ ਤੇਰੇ ਉਸਤਾਦ ਕੋਲ ਲੈਂਦੇ ਹੋਣ ਪਏ ਪੈਸੇ। ਜੀ ਬਿਲਕੁਲ ਇਹ ਵੀ ਹੋ ਸਕਦਾ ਹੈ। ਹੋਰ ਵੀ ਮੈਂ ਮਾਰਕੀਟ ਸਾਰਿਆਂ ਨੂੰ ਦੱਸਿਆ ਹੈ। ਕਿਸੇ ਮਦਦ ਨਹੀਂ ਕੀਤੀ? ਗੱਲ ਤਾਂ ਸੁਣੋ ਨਾ, ਹਾਂ, ਉਹ ਕਹਿੰਦੇ ਨੇ ਸਾਡੀ ਇਹਨਾਂ ਨਾਲ ਫਿਰ ਦੁਸ਼ਮਣੀ ਬਣਨੀ, ਇਹਨੇ ਸਾਨੂੰ ਫਿਰ ਉੱਥੇ ਮਾਰਕੀਟ ਸਾਰਿਆਂ ਦੇ ਸਦਰ ਬਣਿਆ ਹੋਇਆ, ਕਿਰਾਏ ਲੈ ਕੇ ਮਾਲਕ ਨੂੰ ਦਿੰਦਾ, ਬਿਜਲੀ ਦੇ ਬਿੱਲ ਇਕੱਠੇ ਕਰਕੇ ਮਾਲਕ ਨੂੰ ਪੂਜਾ ਕਰਤਾ ਰਹਿੰਦਾ। ਨਹੀਂ ਇਹ ਤੇ ਗਾਇਸ ਮਾਲਕ ਫਿਰ ਉਹਦੀ ਗੱਲ ਮੰਨਦਾ ਹੈ ਹਾਂ, ਤੇ ਉਹ ਫਿਰ ਕਹਿੰਦੇ ਨੇ ਜੇ ਅਗਰ ਅਸੀਂ ਤੇਰੀ ਮਦਦ ਕਰ ਦਿੱਤੀ ਤੇ ਇਹਨੇ ਸਾਨੂੰ ਮਾਰਕੀਟ ਚੋਂ ਕਢਾ ਦੇਣਾ, ਦੁਕਾਨ ਵੇਲੀ ਕਰਾ ਦੇਣੀ ਸਾਡੀ ਦੁਸ਼ਮਣੀ ਬਣ ਜਾਣੀ ਹੈ। ਗਾਇਸ ਤੁਸੀਂ ਮੈਨੂੰ ਇੱਕ ਚੀਜ਼ ਤੁਸੀਂ ਦੱਸੋ, ਮੈਂ ਤੁਹਾਡੇ ਨਾਲ ਹੀ ਸਵਾਲ ਕਰਨਾ ਕਿ ਇਹੋ ਜਿਹੇ ਵੀ ਦੁਨੀਆ ਤੇ ਬੰਦੇ ਹੁੰਦੇ ਨੇ? ਅਗਰ ਮੈਨੂੰ ਦੱਸੋ, ਮੈਂ ਹਰ ਵੀਡੀਓ 'ਚ ਇੱਕ ਚੀਜ਼ ਵੀ ਦੱਸਣਾ ਕਿ ਜ਼ੁਲਮ ਦੇ ਖਿਲਾਫ ਆਵਾਜ਼ ਉਠਾਣੀ ਚਾਹੀਦੀ। ਇਹ ਤਾਂ ਚਲੋ ਬੱਚਾ ਹੈ, ਇਹ 13 ਸਾਲ ਉਮਰ ਹੈ ਇਹਦੀ, ਤੇ ਜਿਹੜਾ ਬੱਚੇ ਅਗਰ ਕਿਸੇ ਨੂੰ ਦੱਸਦਾ ਪਿਆ, ਆਪਣੀ ਦੁੱਖ ਤਕਲੀਫ ਸਮਝਾਉਂਦਾ ਪਿਆ, ਉਹਨਾਂ ਅੱਗੇ ਫਰਿਆਦ ਕਰਦਾ ਪਿਆ, ਤੇ ਕੀ ਜਿਨ੍ਹਾਂ ਨੂੰ ਦੱਸਦਾ ਪਿਆ ਉਹ ਵੀ ਐਡੇ ਉਹਨਾਂ ਦੇ ਜ਼ਮੀਰ ਮਰ ਗਏ ਨੇ ਕਿ ਉਹ ਇਹਦੀ ਮਦਦ ਨਹੀਂ ਕਰ ਸਕਦੇ? ਮਦਦ ਨਾ ਕਰ, ਉਹਨੂੰ ਸਮਝਾਉਣ ਤੇ ਸਹੀ ਨਾ ਜਾ ਕੇ। ਜੇ ਅਗਰ ਮੈਂ ਇਹਨੂੰ ਦੱਸ ਦਿਆਂ ਨਾ, ਕਿਸੇ ਨੂੰ ਕਵਾਂ ਕਿ ਮੈਨੂੰ ਮਾਰਦਾ ਹੈ ਇਹਦੇ ਸਾਹਮਣੇ, ਇਹ ਮੈਨੂੰ ਹੋਰ ਜ਼ਿਆਦਾ ਮਾਰਦਾ, ਕਹਿੰਦਾ ਤੂੰ ਕਿਸੇ ਨੂੰ ਦੱਸਦਾ ਕਿਉਂ, ਤੂੰ ਮੇਰੀ ਬੇਇੱਜ਼ਤੀ ਕਰਾਉਣਾ। ਨਹੀਂ, ਉਸ ਮੈਨੂੰ ਸਮਝ ਨਹੀਂ ਆਉਂਦੀ ਵੀ ਹੁਣ ਕਿ ਇੱਥੇ ਵੀ ਇਹ ਵੀ ਸਿਸਟਮ ਹੁੰਦੇ ਨੇ ਦੁਨੀਆ ਤੇ, ਕਿ ਇਹ ਵੀ ਹਾਲਾਤ ਇੱਥੇ ਤੱਕ ਹੋ ਗਏ ਨੇ। ਅਸੀਂ ਤੇ ਸੋਚਦੇ ਹਾਂ ਕਿ ਪਾਕਿਸਤਾਨ ਇੱਕ ਸਿੱਧਾ ਹੁੰਦਾ ਪਿਆ, ਲੈਵਲ ਤੇ ਆਉਂਦਾ ਪਿਆ, ਲੇਕਿਨ ਐਸੇ ਬੰਦੇ ਵੀ ਜਿਹੜੇ ਸਾਡੇ ਇਨਸਾਨਾਂ ਦੇ ਵਿੱਚ ਜਾਨਵਰਾਂ ਦੀ ਸ਼ਕਲ 'ਚ ਰਹਿੰਦੇ ਪਏ ਨੇ। ਤੇ ਇਹ ਹੁਣ ਬੱਚੇ ਦੀ ਕਹਾਣੀ ਤੁਸੀਂ ਸੁਣੀ ਹੈ, ਤੁਹਾਡੇ ਸਾਹਮਣੇ ਹੀ ਹੈ, ਤੇ ਹੁਣ ਇਹਦਾ ਫੈਸਲਾ ਤੁਸੀਂ ਕਰਨਾ ਹੈ ਕਿ ਇਹਦੀ ਕੀ ਕਰ ਸਕਦੇ ਹੋ ਤੁਸੀਂ ਇਹਦੇ ਬਾਰੇ 'ਚ।
ਤੁਸੀਂ ਜਿੱਥੇ ਇਹ ਕੰਮ ਕਰਦਾ ਪਿਆ ਉੱਥੇ ਆ ਕੇ ਇਹਨੂੰ ਸਮਝਾ ਸਕਦੇ ਹੋ। ਪੁੱਤਰ ਕਿਹੜੀ ਜਗ੍ਹਾ ਤੇ ਆਪਣਾ ਐਡਰੈਸ ਤੇ ਸਮਝਾ ਛੱਡੋ ਜ਼ਰਾ। ਅਮੀਰ ਚੌਕ ਕਾਲਜ ਰੋਡ, ਅਮੀਰ ਚੌਕ ਕਾਲਜ ਰੋਡ, ਦੁਕਾਨ ਦਾ ਨਾਂ ਕੀ ਹੈ? ਨਾਜ਼ਦ ਫਾਈਨ ਪੀਜ਼ਾ ਵਾਲੀ ਗਲੀ 85 ਵੀ ਹੈ। ਐਡਰੈਸ ਤੁਸੀਂ ਸੁਣ ਲਿਆ। ਤੇ ਅਗਰ ਤੁਸੀਂ ਕੋਈ ਮਦਦ ਕਰ ਸਕਦੇ ਹੋ, ਤੁਸੀਂ ਹੈਲਪ ਕਰ ਸਕਦੇ ਹੋ। ਹੈਲਪ ਮੁਰਾਦ ਇਹ ਨਹੀਂ ਹੈ ਕਿ ਅਸੀਂ ਤੁਹਾਡੇ ਕੋਲ ਪੈਸੇ ਮੰਗਣੇ ਪਏ, ਬਿਲਕੁਲ ਨਹੀਂ। ਪੈਸਿਆਂ ਦੀ ਨਾ ਹੀ ਜ਼ਰੂਰਤ ਹੈ, ਪੈਸੇ ਸ਼ੁਕਰ ਅਲਹਮਦੁਲਿਲਾ ਮੈਂ ਆਪੂ ਵੀ ਇੰਨੇ ਕਰ ਸਕਣਾ ਵਾਂ। ਹੈਲਪ ਤੋਂ ਮੁਰਾਦ ਹੈ ਵੇ ਉਹ ਜਿਹੜਾ ਜਾਨਵਰ ਹੈ ਉਹਨੂੰ ਸਮਝਾ ਤੇ ਸਕਦੇ ਹੋ ਨਾ, ਉਹਦੇ ਖਿਲਾਫ FIR ਤੇ ਕਟਵਾ ਸਕਦੇ ਹੋ ਨਾ। ਇੰਨਾ ਤੇ ਸਾਡਾ ਤੇ ਜ਼ਮੀਰ ਕਮ ਸੇ ਕਮ ਜ਼ਿੰਦਾ ਹੋਣਾ ਚਾਹੀਦਾ ਨਾ। ਦੂਜੇ ਕਿਸੇ ਦਾ ਜ਼ਮੀਰ ਹੋਵੇ ਨਾ ਹੋਵੇ, ਦੂਜਾ ਤਾਂ ਇੱਕ ਜਾਨਵਰ ਬਣ ਗਿਆ ਤੇ ਅਸੀਂ ਤੇ ਉਹਦੇ ਨਾਲ ਜਾਨਵਰ ਨਾ ਬਣੀਏ। ਅਸੀਂ ਤੇ ਕਮ ਸੇ ਕਮ ਇੱਕ ਦੂਸਰੇ ਦੀ ਹੈਲਪ ਕਰ ਸਕਨੇ ਆ ਨਾ। ਅਸੀਂ ਕੁਛ ਨਹੀਂ ਕਰ ਸਕਦੇ, ਇੰਨਾ ਤੇ ਕਰ ਸਕਨੇ ਆ ਨਾ ਕਿ ਅਸੀਂ ਉੱਥੇ ਜਿੱਥੇ ਲੱਗਿਆ ਐਡਰੈਸ ਵੀ ਬੱਚੇ ਨੇ ਸਮਝਾ ਛੜਿਆ, ਉਸ ਐਡਰੈਸ ਤੇ ਜਾਈਏ, ਉਹਦੇ ਕੋਲ ਪੁੱਛੀਏ ਤੇ ਸਹੀ ਨਾ, ਉਹ ਮਾਮਾ ਤੂੰ ਇਹਨੂੰ ਖਰੀਦੇ ਹੈ, ਤੂੰ ਇਹਨੂੰ ਪੈਸੇ ਦੇ ਕੇ ਖਰੀਦ ਲਿਆਂਦੇ ਹੈ, ਇਹ ਵੀ ਕਿਸੇ ਦਾ ਬੱਚਾ ਹੈ, ਕਿਸੇ ਨੇ ਬੜੇ ਲਾਡ ਪਿਆਰ ਨਾਲ ਪਾਲੇ ਹੈ, ਇਹਦੇ ਵੀ ਕੋਈ ਖਵਾਇਸ਼ਾਂ ਨੇ। ਅਗਰ ਘਰੋਂ ਨਿਕਲਿਆ ਪੜ੍ਹਿਆ ਨਹੀਂ ਹੈ ਤਾਂ ਕਿਸੇ ਦੀ ਮਜਬੂਰੀ ਦੀ ਵਜ੍ਹਾ ਨਾਲ ਘਰੋਂ ਨਿਕਲਿਆ। ਸ਼ੌਕ ਨਾਲ ਤੁਹਾਨੂੰ ਵੀ ਪਤਾ ਕੋਈ ਵੀ ਇਸ ਉਮਰ 'ਚ ਬੱਚਾ ਨਹੀਂ ਨਿਕਲਦਾ। ਅਗਰ ਸਾਲ ਸਵਾ ਸਾਲ ਹੋ ਗਿਆ ਨੌਕਰੀ ਕਰਦਾ ਪਿਆ ਤੇ 1 ਰੁਪਇਆ ਵੀ ਨਹੀਂ ਉਹਨੇ ਦਿੱਤਾ ਤੇ ਉਹ ਉਲਟਾ ਮਾਰਦਾ ਪਿਆ ਉਹਨੂੰ, ਤੇ ਤੁਸੀਂ ਹਿਸਾਬ ਲਾਓ ਤੇ ਕੀ ਹੋਣਾ। ਤੇ ਨਾਲ ਕੀ ਦੱਸਦਾ ਪਿਆ ਬੱਚੇ ਦੀ ਜ਼ਬਾਨੀ ਹੈ ਕਿ ਕਜ਼ਨ ਨੇ, ਨਾਲ ਕਜ਼ਨਾਂ ਨੇ ਹੱਥ ਲਾਏ ਤੇ ਇਹਦੇ ਕਜ਼ਨਾਂ ਨੂੰ ਸ਼ਰਮ ਨਹੀਂ ਆਉਂਦੀ ਹੈ? ਉਹ ਇਨਸਾਨ ਨਹੀਂ ਹੈ, ਉਹ ਵੀ ਜਾਨਵਰ ਨੇ, ਉਹ ਆਪਣੇ ਭਰਾਵਾਂ ਨਾਲ ਵੀ ਇੰਜੇ ਕਰਦੇ ਹੋਣੇ ਨੇ ਪਏ। ਇਹਦੇ ਹੀ ਹੁਣ ਅਸੀਂ ਤੁਹਾਡੇ ਤੇ ਛੱਡਨੇ ਆ। ਮੇਰੇ ਕੋਲ ਤੇ ਜੋ ਕੁ ਹੋਇਆ ਮੈਂ ਕਰਾਂਗਾ, ਇਹ ਮੈਂ ਤੁਹਾਡੇ ਤੇ ਛੱਡਣਾ ਕਿ ਤੁਸੀਂ ਕੀ ਹੈਲਪ ਕਰ ਸਕਦੇ ਹੋ, ਕੀ ਇਹਦੀ ਮਦਦ ਕਰ ਸਕਦੇ ਹੋ, ਕੀ ਜਾ ਕੇ ਉਹਦੇ ਮਾਲਕ ਦੇ ਖਿਲਾਫ FIR ਕਟਵਾ ਸਕਦੇ ਹੋ। ਉਹਨੇ ਕਿ 10 ਬੰਦੇ ਲੈ ਕੇ ਉਹਦੇ ਸਾਹਮਣੇ ਇਕੱਠੇ ਤੇ ਹੋ ਸਕਦੇ ਹੋ ਨਾ ਕਿ ਆ ਬੱਚੇ ਨਾਲ ਇੰਨਾ ਜ਼ੁਲਮ ਕਿਉਂ ਕਰਨਾ ਪਿਆ। ਅਹਿਮਦ ਕੋਈ ਹੋਰ ਕਹਿਣਾ ਚਾਹੁੰਦੇ ਹੋ ਤੁਸੀਂ? ਘਰ ਮੇਰੇ ਕੋਲੋਂ ਸਫਾਈਆਂ ਕਰਾਉਂਦਾ ਰਹਿੰਦਾ ਹੈ। ਵੱਡਾ ਹਾਲ ਹੈਗਾ ਹੈ, ਕਮਰਾ ਹੈਗਾ ਹੈ, ਵਾਸ਼ਰੂਮ ਹੈਗਾ ਹੈ, ਹਾਂ ਸਾਰੀਆਂ ਸਫਾਈਆਂ ਮੈਂ ਕਰਨੀਆਂ ਹੁੰਦੀਆਂ ਨੇ। ਉੱਤੇ ਸੀੜੀਆਂ ਨੇ, ਥੱਲੇ ਸੀੜੀਆਂ ਨੇ, ਹਾਂ ਸਫਾਈ ਕਰਨੀ ਹੁੰਦੀ ਹੈ। ਸਵੇਰ ਨੂੰ ਉੱਠ ਕੇ ਮੈਂ ਇਹਦੀ ਮੋਟਰਸਾਈਕਲ ਸਾਫ਼ ਕਰਨੀ ਹੁੰਦੀ ਹੈ, ਹਾਂ ਉੱਠ ਕੇ ਮੋਟਰਸਾਈਕਲ ਵੀ ਸਾਫ਼ ਕਰਨੀ ਹੁੰਦੀ, ਛੱਤ ਤੇ ਵੀ ਸਫਾਈ ਮੈਂ ਕਰਨੀ ਹੁੰਦੀ। ਪੱਤੇ ਪੁੱਤੇ ਆ ਜਾਂਦੇ ਨੇ, ਉਹ ਵੀ ਜਦੋਂ ਦਾ 3 ਵਾਰੀ ਮੈਂ ਪੂਰੀ ਛੱਤ ਤੋਂ ਸਫਾਈ ਕਰ ਚੁੱਕਿਆ। ਹੁਣ ਹਾਲ ਦੀ ਘੜੀ 'ਚ ਇਹਨੇ ਕਦੋਂ ਤੈਨੂੰ ਮਾਰਿਆ ਪਹਿਲਾਂ? ਪਹਿਲੇ ਮੈਂ ਜਦੋਂ ਆਇਆ ਸੀ ਨਾ, ਇਹਨੇ ਮੇਰੇ ਚੰਡਾ ਮਾਰੀਆਂ ਸੀ। ਠੀਕ ਹੈ। ਉਸ ਤੋਂ ਬਾਅਦ ਫਿਰ ਉਹੀ ਚੰਡਾ ਮਾਰਦਾ ਰਹਿ ਗਿਆ ਸੀ, ਪੀਸ ਵੀ ਮਾਰਦਾ ਰਹਿ ਗਿਆ ਸੀ। ਫਿਰ ਇਹਨੇ ਮੇਰੇ ਇੱਥੇ ਪੀਸ ਮਾਰਿਆ, ਮੇਰੇ ਟਾਂਕੇ ਲੱਗੇ ਨੇ, ਹਜੇ ਵੀ ਨਿਸ਼ਾਨ ਮੇਰਾ ਹੈਗਾ ਏ, ਟਾਂਕੇ ਲੱਗੇ ਨੇ। ਫਿਰ ਇੰਝ ਚੰਡਾ ਮਾਰਦਾ ਰਹਿੰਦਾ, ਬੋਲਦਾ ਰਹਿੰਦਾ, ਗਾਲਾਂ ਕੱਢਦਾ ਰਹਿੰਦਾ। ਇੱਕ ਵਾਰ ਇਹਨੂੰ ਮੈਂ ਘਰ ਕਿਹਾ ਕਿ ਮੈਨੂੰ ਘਰ ਜਾਣ ਦੇ, ਮੇਰੇ ਇਧਰੋਂ ਫੜ ਕੇ ਮੈਨੂੰ ਚੁੱਕ ਕੇ ਫਰਸ਼ ਤੇ ਮਾਰਿਆ, ਕਹਿੰਦਾ ਤੈਨੂੰ ਨਹੀਂ ਜਾਣ ਦੇਣਾ। ਹੁਣ ਤੁਸੀਂ ਸਾਡੇ ਬੈਟ ਕੋਲ ਨਾਲ ਮਾਰਿਆ ਮੈਨੂੰ। ਕੀ, ਅਸੀਂ ਤੁਹਾਡੇ ਵਾਸਤੇ ਕੀ ਹੈਲਪ ਕਰ ਸਕਦੇ ਹਾਂ, ਜੋ ਦੱਸੋ। ਮੈਨੂੰ ਇਹਦੇ ਕੋਲੋਂ ਕਢਵਾ ਦਿਓ ਬਸ, ਮੈਨੂੰ ਇੰਨੀ ਕੁ ਹੈਲਪ ਚਾਹੀਦੀ ਹੈ। ਠੀਕ ਹੈ ਜੀ। ਹਾਂਜੀ ਸੁਬਾਹ ਤੁਸੀਂ ਸਾਨੂੰ ਨੰਬਰ ਲੈ ਲਿਓ ਮੁੰਡੇ ਕੋਲ, ਠੀਕ ਹੋ ਗਿਆ। ਬੱਚਾ ਮੇਰਾ ਨੰਬਰ ਤੁਹਾਨੂੰ ਦੇ ਸਕਦਾ, ਤੁਸੀਂ ਸੁਬਾਹ ਫਸਟ ਟਾਈਮ ਮੈਨੂੰ ਕਾਲ ਕਰ ਸਕਦੇ, ਠੀਕ ਹੋ ਗਿਆ, ਤਕਰੀਬਨ 9:30 ਵਜੇ ਨਾਲ। ਠੀਕ ਹੋ ਗਿਆ। ਤੇ ਮੈਂ ਆਪੂ ਦੁਕਾਨ ਤੇ ਕਿੰਨੇ ਵਜੇ ਆਉਂਦਾ ਤੇਰਾ ਉਹ ਜਾਨਵਰ? ਮੈਨੂੰ ਭੇਜਦਾ, ਮੈਂ ਜਾ ਕੇ ਸਫਾਈ ਕਰਨੀ ਹੁੰਦੀ ਹੈ 8:30 9 ਵਜੇ। ਮੈਂ ਇਕੱਲੇ ਨੇ ਜਾ ਕੇ ਦੁਕਾਨ ਖੋਲਣੀ ਹੁੰਦੀ ਹੈ, ਸਫਾਈ ਕਰਨੀ ਹੁੰਦੀ ਹੈ, ਅੱਡਾ ਸਿੱਧਾ ਕਰਕੇ ਸ਼ੀਟਾਂ ਰੱਖਣੀਆਂ ਹੁੰਦੀਆਂ ਉੱਤੇ, ਰੱਖ ਕੇ ਸਫਾਈ ਕਰਕੇ ਆਉਂਦਾ ਕੰਮ ਮੈਂ ਸ਼ੁਰੂ ਕਰ ਲੈਣਾ। 1 ਘੰਟੇ ਡੇਢ ਬਾਅਦ ਆਉਂਦਾ ਹੈ ਮੇਰੇ ਤੋਂ, 10 ਵਜੇ 10:30 ਵਜੇ 11 ਵਜੇ ਇੰਝ ਹੀ ਆਉਂਦਾ ਉੱਥੇ। ਚਲੋ ਜਿਸਲੇ ਆਉਂਦਾ ਤੁਸੀਂ ਕਾਲ ਕਰਨੀ ਹਾਂਜੀ ਤੇ ਅਸੀਂ ਆਪੂ ਆਵਾਂਗੇ, ਨਾਲ ਸਾਡੀ ਟੀਮ ਵੀ ਆਵੇਗੀ। ਹਾਂਜੀ ਤੇ ਬਕਾਇਆ ਕੋਈ ਹੋਰ ਤੁਸੀਂ ਆਪਣੇ ਬੱਚਿਆਂ ਦੇ ਆਮ ਉਮਰ ਦੇ ਬੱਚਿਆਂ ਨੂੰ ਜੋ ਕੁ ਤੁਸੀਂ ਆਪਣੇ ਤੇ ਸਿਆ ਹਾਂਜੀ ਜ਼ੁਲਮ ਕੀਤਾ, ਜੇ ਪੜ੍ਹਿਆ ਨਹੀਂ ਜੇ ਹੈ, ਤੇ ਤੁਸੀਂ ਆਪਣੇ ਉਮਰ ਦੇ ਬੱਚਿਆਂ ਨੂੰ ਕੀ ਮਸ਼ਵਰਾ ਦੇਣਾ ਚਾਹੋਗੇ? ਅਸੀਂ ਤਾਂ ਉਹਨਾਂ ਨੂੰ ਪੜ੍ਹਾਉਣਾ ਹੈ। ਪੜ੍ਹਾਓ ਤੇ ਪੜ੍ਹਾਓ। ਪੜ੍ਹਾਈ ਦੀ ਅਹਿਮੀਅਤ ਹੋ ਗਈ ਮਹਿਸੂਸ ਕਿ ਪੜ੍ਹਨਾ ਚਾਹੀਦਾ? ਹਾਂਜੀ ਪੜ੍ਹਨਾ ਚਾਹੀਦਾ। ਚਲੋ ਕੁਰਾਨ ਪਾਕ ਵੀ, ਸਕੂਲ ਵੀ, ਪੜ੍ਹਾਈ ਤੋਂ ਬਗੈਰ ਕੁਛ ਵੀ ਨਹੀਂ ਹੈਗਾ। ਚਲੋ ਸਬਕ ਲੱਭ ਗਿਆ ਸਰ। ਹਾਂਜੀ ਸਭ ਨਾਲੋਂ ਪਹਿਲਾਂ ਹੁਣ ਤੁਸੀਂ ਇਹੀ ਕੰਮ ਕਰਨਾ ਕਿ ਆਪਣੇ ਵਾਲਿਦ ਨੂੰ ਫੋਨ ਕਰਨਾ। ਠੀਕ ਹੋ ਗਿਆ। ਭਾਵੇਂ ਵਾਲਿਦ ਕੋਲੇ ਫੋਨ ਨਹੀਂ ਹੈ, ਗੁਆਂਢੀਆਂ ਦੇ ਫੋਨ ਤੋਂ ਕਰ ਲਓ, ਮੇਰੇ ਨੰਬਰ ਲੈ ਲਓ ਮੋਬਾਈਲ ਤੋਂ, ਫੋਨ ਕਰੋ ਉਹਨਾਂ ਨੂੰ। ਹਾਂਜੀ
ਪਿਓ ਕੋਲੋਂ ਮਾਫੀ ਮੂਫੀ ਮੰਗੋ ਜਿਹੜੀ ਗਲਤੀ ਹੋ ਗਈ ਹੈ ਤੁਹਾਡੇ ਕੋਲ। ਹਾਂਜੀ ਜੋ ਵੀ ਪਿਓ ਪੁੱਤਰ ਕੋਈ ਵੀ ਜ਼ਾਲਮ ਨਹੀਂ ਹੁੰਦਾ, ਬਿਲਕੁਲ ਬਾਪ ਬਾਪ ਹੀ ਹੁੰਦਾ, ਜੋ ਮਰਜ਼ੀ ਹੋ ਜਾਏ। ਬਿਲकुल ਅਗਰ ਬਾਪ ਦਾ ਸਾਇਆ ਸਿਰ ਤੇ ਨਾ ਆਵੇ ਹਾਂਜੀ ਤੇ ਪਤਾ ਲੱਗਦਾ ਹੈ। ਬਿਲਕੁਲ ਜਿਹਦੇ ਸਿਰ ਤੇ ਬਾਪ ਦਾ ਸਾਇਆ ਨਹੀਂ ਨਾ ਹੈ, ਤੇ ਉਹਦੇ ਕੋਲ ਪੁੱਛੋ ਕੀ ਹਾਲ ਹੁੰਦੇ ਨੇ। ਬਿਲकुल ਤੇ ਵਾਲਦਾ वालदा फौत हो चुके 4 साल हो गए ने। ਇੰਨਾ ਲਿllahi। 3 ਭੈਣਾਂ ਨੇ 2 ਭਰਾ ਨੇ। ਵੱਡੀ ਭੈਣ ਦੀ ਸ਼ਾਦੀ ਹੋਈ ਸੀ ਜਦੋਂ ਮੈਂ ਆਇਆ ਸੀ 3-4 ਮਹੀਨਿਆਂ ਬਾਅਦ। ਮੈਨੂੰ ਇਹਨੇ ਨਹੀਂ ਜਾਣ ਦਿੱਤਾ ਸ਼ਾਦੀ ਤੇ ਵੀ ਸ਼ਾਦੀ ਤੇ ਵੀ ਨਹੀਂ ਗਿਆ ਨਹੀਂ ਗਿਆ। ਹਜੇ ਤੱਕ ਮੈਂ ਨਹੀਂ ਮਿਲਿਆ ਜਦੋਂ ਦੀ ਉਹਦੀ ਸ਼ਾਦੀ ਹੋਈ। ਤੇ ਭੈਣਾਂ ਨੇ ਪਿੱਛੋਂ ਰਾਬਤਾ ਕਰਨੇ ਦੀ ਉਹਨਾਂ ਨੂੰ ਨੰਬਰ ਹੀ ਕੋਈ ਨਹੀਂ, ਪਤਾ ਹੀ ਕੋਈ ਨਹੀਂ ਕਿੱਥੇ ਆ ਕਿੱਥੇ ਨਹੀਂ, ਕੋਈ ਕਿੱਥੇ, ਪਤਾ ਨਹੀਂ। ਕੋਈ- ਕਜ਼ਨਾਂ ਨੇ ਵੀ ਕੋਈ ਨਹੀਂ ਦੱਸੇ। ਉਹਨਾਂ ਨੇ ਵੀ ਨਹੀਂ ਦੱਸਿਆ। ਉਹਨਾਂ ਨੇ ਮੈਨੂੰ ਨੰਬਰ ਵੀ ਮੇਰਾ ਬੰਦ ਕਰਾਤਾ ਸੀ। ਮੋਬਾਈਲ ਕਹਿੰਦੇ ਸੀਗੇ ਉਸਤਾਦ ਨੂੰ ਕਿਹਾ ਸੀ ਤੂੰ ਲੈ ਲਈ ਇਹਦੇ ਕੋਲ, ਉਹਨੇ ਲੈ ਲਿਆ ਸੀ। ਫਿਰ ਉਹਨਾਂ ਨੇ ਵੀ ਪਿੱਛੋਂ ਬਾਅਦ ਸਿਮ ਬੰਦ ਕਰਾਤੀ ਜਦੋਂ ਮੇਰਾ ਨੰਬਰ ਬੰਦ ਹੋਇਆ। ਜੀ ਗਾਇਸ, ਤੁਸੀਂ ਅਹਿਮਦ ਦੀ ਜ਼ੁਬਾਨੀ ਹੀ ਸੁਣਿਆ ਕਿ ਜੋ ਇਹਦੇ ਨਾਲ ਹੋਇਆ, ਜਿਹੜੀ ਦੁੱਖ ਭਰੀ ਕਹਾਣੀ ਹੈ ਤੁਹਾਡੇ ਸਾਹਮਣੇ ਹੀ ਹੈ। ਤੇ ਹੁਣ ਇਹ ਤੁਹਾਡੇ ਤੇ ਹੀ ਫੈਸਲਾ ਛੱਡਨੇ ਆ ਕਿ ਤੁਸੀਂ ਕੀ ਕਰਦੇ। ਤੁਸੀਂ ਹੁਣ ਅਸੀਂ ਵੇਖਣਾ ਕਿ ਤੁਸੀਂ ਇਹਦੇ ਤੇ ਕੀ ਅਮਲ ਕਰਦੇ ਹੋ, ਤੁਸੀਂ ਇਹਦੀ ਕੀ ਹੈਲਪ ਕਰਦੇ ਹੋ, ਤੁਸੀਂ ਇਹਦੇ ਨਾਲ ਕਿੰਨਾ ਕੁ ਟੁਰਦੇ ਹੋ। ਕਿਉਂ ਅੱਲਾਹ ਪਾਕ ਦਾ ਸ਼ੁਕਰ ਹੈ ਸਾਡੇ ਜ਼ਮੀਰ ਰਹੀਏ ਜ਼ਿੰਦਾ ਨੇ। ਦੂਜੇ ਜੋ ਮਰਜ਼ੀ ਕਰਦੇ ਨੇ, ਇੱਕ ਜਾਨਵਰ ਹੋ ਜਾਏ ਦੂਜਾ ਜਾਨਵਰ ਨਹੀਂ ਹੋਣਾ ਚਾਹੀਦਾ। ਕੋਈ ਅਗਰ ਕਹਿੰਦੇ ਨਾ 5 ਉਂਗਲਾਂ ਨੇ, ਉਹ ਬਰਾਬਰ ਨਹੀਂ ਹੁੰਦਾ, ਛੋਟੀ ਵੱਡੀਆਂ ਜ਼ਰੂਰ ਹੁੰਦੀਆਂ ਨੇ। ਤੇ ਇੰਜੇ ਹੀ ਹੈ ਦੁਨੀਆ ਵਿੱਚ, ਇਨਸਾਨ ਵੀ ਕਈ ਜਾਨਵਰ ਵੀ ਰਹਿੰਦੇ ਨੇ ਤੇ ਕਈ ਇਨਸਾਨ ਵੀ ਰਹਿੰਦੇ ਨੇ। ਕਈ ਇਨਸਾਨ ਦੀ ਸ਼ਕਲ ਵਿੱਚ ਜਾਨਵਰ ਨੇ। ਜਿੰਜ ਤੁਸੀਂ ਸਟੋਰੀ ਸੁਣੀ ਹੈ ਤੇ ਤੁਹਾਨੂੰ ਪਤਾ ਲੱਗ ਗਿਆ ਹੋਣਾ। ਤੇ ਇਨਸ਼ਾਅੱਲਾ ਫਿਰ ਅਸੀਂ ਨਵੇਂ ਪ੍ਰੋਗਰਾਮ ਦੇ ਨਾਲ ਤੁਹਾਨੂੰ ਮਿਲਾਂਗੇ। ਤੇ ਇੰਜੇ ਹੀ ਅਸੀਂ ਲੋਕਾਂ ਦੀ ਦੁੱਖ ਭਰੀ ਕਹਾਣੀ ਜੋ ਕੁ ਸਾਡੇ ਕੋਲ ਹੋ ਸਕਦਾ ਹੋਇਆ ਅਸੀਂ ਕਰਾਂਗੇ। ਐਸੇ ਗੱਲੇ ਹੀ ਅਸੀਂ ਪ੍ਰੋਗਰਾਮ ਬਣਾਇਆ ਸੀ MAF, ਤੇ MAF ਸਟਾਰਟ ਕੀਤਿਆਂ ਹੀ ਸਾਨੂੰ ਤਕਰੀਬਨ 2-4 ਦਿਨ ਹੋਏ ਨੇ ਤੇ ਅਸੀਂ ਇਹਦੇ ਤੇ ਕਰਨੇ ਪਏ ਵਰਕਿੰਗ। ਜਿੰਨੇ ਕੁ ਹੈ ਅਸੀਂ ਉਹਨਾਂ ਕੁ ਕਰਨੇ ਪਏ। ਤੇ ਇਨਸ਼ਾਅੱਲਾ ਫਿਰ ਮਿਲਾਂਗੇ। ਜਜ਼ਾਕੱਲਾ। अस्सलाम वालेकुम।